अस्सलाम वालेकुम नाजरीन, मैं आपका मेज़बान शहबाज सरवर और आप देख रहे हैं दुनिया है सहाफ़त की। नाजरीन, हम इस वक्त मौजूद हैं ग्रेटर इकबाल पार्क के करीब। हम यहाँ से गुज़र रहे थे तो हमने देखा कि एक फ़ैमिली फ़ुटपाथ पे बैठी हुई थी। तो हम उनसे पूछते हैं कि वो यहाँ पे क्यों बैठे हुए हैं, क्या ऐसी मजबूरी है जो वो अपनी फ़ैमिली को लेके फ़ुटपाथ पे बैठे हुए हैं। ज़ाहिर है कोई भी इंसान कभी खुशी से इस तरह सड़क पे नहीं आता, कोई ना कोई वजूहात इस तरह की होती हैं या कोई ना कोई हालात के हाथों इस तरह मजबूर हो जाता है कि वो अपने बीवी बच्चों को लेके सड़क पे निकल आता है। तो नाज़रीन, आए हम इनसे इनकी कहानी इन्हीं की ज़बानी सुनते हैं। अस्सलाम वालेकुम। वालेकुम सलाम वरहमतुल्लाहि बरकातुहू। ਤੁਸੀਂ ਬਜ਼ੁਰਗੋ ਇੱਧਰ ਕੀ ਕਰ ਰਹੇ ਹੋ? ਇਸ ਤਰ੍ਹਾਂ ਬੈਠੇ ਹੋ ਬਾਹਰ ਬੱਚਿਆਂ ਦੇ ਨਾਲ, ਕੀ ਵਜ੍ਹਾ ਹੈਗੀ? ਮੇਰੀ ਤਬੀਅਤ ਖਰਾਬ ਹੋ ਗਈ ਸੀ ਤੇ ਬੜਾ ਬਿਮਾਰ ਹੋ ਗਿਆ ਸੀ। ਹਸਪਤਾਲ ਕਾਗਜ਼ ਵੀ ਪਿਆ, ਹਸਪਤਾਲ ਦਾਖਲ ਰਿਹਾ ਮੈਂ। ਤੇ ਉਹ ਫਿਰ ਕਿਰਾਏ ਤੇ ਰਹਿੰਦੇ 5000 ਰੁਪਇਆ ਕਿਰਾਇਆ ਦੇਈਦਾ ਤੇ ਬਿੱਲ ਬਿਜਲੀ ਦਾ ਵੱਖਰਾ, ਦੂਜਾ ਵੱਖਰਾ। ਤੇ ਉਹ ਫਿਰ ਉਹਦੀ ਵਜ੍ਹਾ ਤੋਂ 5-6 ਹਜ਼ਾਰ ਰੁਪਇਆ 2-3 ਮਹੀਨਿਆਂ ਦਾ ਕਿਰਾਇਆ ਜਿਹੜਾ ਸਿਰ ਤੇ ਚੜ ਗਿਆ। ਤੇ ਉਹ ਸਮਾਨ ਬਾਹਰ ਸੁੱਟਦੇ ਸਨ ਤੇ ਬੱਚੀਆਂ ਨੇ ਕਮਾਉਣ ਵਾਲਾ ਹੋਰ ਕੋਈ ਨਹੀਂ ਨਾ ਹੈਗਾ ਸੀ। ਤੇ ਤੁਸੀਂ ਪਹਿਲੇ ਕਿੱਥੇ ਕੰਮ ਕਰਦੇ ਸੀ? ਪਹਿਲੇ ਮੈਂ ਜੁੱਤੀਆਂ ਦਾ ਕੰਮ ਕਰਦਾ ਰਿਹਾ ਤੇ ਉਹ ਨਜ਼ਰ ਘੱਟ ਗਈ, ਉਹ ਨਹੀਂ ਹੁੰਦਾ ਸੀ। ਤੇ ਬੜਿਆਂ ਨੇ ਕਿਹਾ ਤੇ ਕੋਈ ਹਲਫ ਵਾਸਤੇ ਕੋਈ ਨਹੀਂ, ਤੇ ਕੋਈ ਸੌਦਾ ਹੋਵੇ ਪੈਸੇ ਹੋਣ ਤੇ ਚਲੋ ਸੌਦਾ ਬੰਦਾ ਲਾ ਲੈਂਦਾ, ਕੋਈ ਰੇੜੀ ਲਾ ਲੈਂਦਾ, ਕੋਈ ਸੌਦਾ ਪਾ ਕੇ। ਤੇ ਮੈਂ ਵੇਖਿਆ ਕਿ ਤੁਹਾਡੇ ਕੋਲ ਤੁਸੀਂ ਇਹ ਲਿਮਕੋ ਤੇ ਨਾਲ ਮਾਸਕ ਲਾਏ ਨੇ, ਤੇ ਕੀ ਇਹ ਸੇਲ ਹੁੰਦੇ ਨੇ ਇੱਧਰ? ਨਹੀਂ, ਮਾਸ ਵਿਕਦੇ ਹੀ ਨਹੀਂ। ਪਹਿਲੇ ਵੀ ਇੱਥੇ ਵੇਚਣ ਵੀ ਨਹੀਂ ਸੀ ਦਿੰਦੇ ਤੇ ਹੁਣ ਜਿਹੜੇ ਨੇ ਮਾਸ ਉਹ ਕੋਈ ਨਹੀਂ ਵਿਕਦੇ। ਤੇ ਬੱਚੇ ਨੇ ਘਰ ਦਾ ਖਰਚਾ ਵੀ ਤੇ ਕੋਈ ਉਸਰਾ ਵੀ, ਫਿਰ ਤਾਂ ਵਾਸਤੇ ਸੜਕ ਤੇ ਫਿਰ ਬਹਿਣਾ ਪੈ ਗਿਆ। ਤੇ ਵੱਡਿਓ, ਇੱਧਰ ਤੇ ਹਕੂਮਤ ਨੇ ਉਂਝ ਵੀ ਫਲਾਈ ਮਰਕਜ਼ ਬਣਾਏ ਨੇ, ਰਿਹਾਇਸ਼ਤ ਦਿੱਤੀ ਹੈ ਹਕੂਮਤ ਨੇ, ਆਪਣੇ ਵੱਲੋਂ ਸਹੂਲਤ ਦਿੱਤੀ ਹੈ। ਤੇ ਤੁਸੀਂ ਉੱਧਰ ਯਾਨੀ ਕਿ ਤੁਸੀਂ ਸੜਕ ਤੇ ਆ ਗਏ ਹੋ, ਬਹਿ ਗਏ ਹੋ ਇੱਧਰ, ਤੁਸੀਂ ਉੱਧਰ ਕਿਉਂ ਨਹੀਂ ਗਏ? ਗਏ ਸੀ, ਉਹ ਕੋਈ ਵੀ ਨਹੀਂ ਲਾਗੇ ਲੱਗਣ ਦਿੰਦਾ, ਸਿਫਾਰਿਸ਼ ਤੋਂ ਬਗੈਰ ਨਹੀਂ ਕੋਈ ਲਾਗੇ ਲੱਗਣ ਦਿੰਦਾ। ਤੁਸੀਂ ਇਹ ਲਿਖਿਆ ਹੈ ਕਾਗਜ਼ ਤੇ ਕਿ ਮੈਂ ਬੱਚਿਆਂ ਦੀ ਸ਼ਾਦੀ ਕਰਨ ਵਾਸਤੇ ਜਿਹੜਾ ਹੈਗਾ ਯਾਨੀ ਕਿ ਸੜਕ ਤੇ ਬੈਠਾ ਚੀਜ਼ਾਂ ਵਗੈਰਾ ਵੇਚ ਰਿਹਾ। ਤੇ ਇਹ ਬੱਚਿਆਂ ਦੀ ਸ਼ਾਦੀ, ਬੱਚੇ ਜਿਹੜੇ ਨੇ ਇਹਨਾਂ ਦੀ ਸ਼ਾਦੀ ਵਾਸਤੇ ਕਹਿ ਰਹੇ ਹੋ? ਨਹੀਂ, ਬੱਚੀ ਇਹਦੇ ਨਾਲ ਵੱਡੀ ਬੱਚੀ ਵੀ ਹੈਗੀ ਹੈ। ਬੱਚੇ ਜਿਹੜੇ ਨੇ ਬੱਚੀਆਂ ਨੇ ਤੇ ਬੱਚਾ ਜਿਹੜਾ ਨਾ ਉਹ ਛੋਟਾ ਲਈ। ਤੇ ਜਿਹੜੇ ਤੁਹਾਡੇ ਬਾਕੀ ਰਿਸ਼ਤੇਦਾਰ ਨੇ, ਭੈਣ ਭਰਾ ਵਗੈਰਾ, ਉਹ ਉਹਨਾਂ ਜਦੋਂ ਦਾ ਕਿਰਾਏ ਤੇ ਆਇਆ ਕੋਈ ਵੀ ਨਹੀਂ ਮਿਲਦਾ, ਸਾਰੇ ਆਪੋ ਆਪਣੇ ਘਰਾਂ ਵਾਲੇ ਨੇ, ਕੋਈ ਨਹੀਂ ਮਿਲਦਾ, ਉਹ ਮਿਲਣਾ ਹੀ ਛੱਡ ਗਏ ਨੇ। ਤੇ ਹੋਰ ਇਸ ਤੋਂ ਇਲਾਵਾ ਹਕੂਮਤ ਵੱਲੋਂ ਜਾਂ ਕਿਸੇ ਹੋਰ ਜਗ੍ਹਾ ਤੋਂ ਤੁਹਾਡੀ ਕੋਈ ਇਮਦਾਦ? ਪਰਚੀ ਲਿਖ ਕੇ ਦੇ ਗਏ ਸੀ ਤੇ ਉਹ ਲੈਣ ਗਏ ਆ 12000 ਰੁਪਇਆ, ਤੇ ਉਹਨਾਂ ਨੇ ਕਿਹਾ ਕਿ ਇਹ ਬੀਬੀ ਨੂੰ ਮਿਲਣਾ। ਤੇ ਉਹ ਬੀਬੀ ਦਾ ਹਾਲੀ ਉਹ ਘਰ ਦੀ ਦਾ ਸ਼ਨਾਖਤੀ ਕਾਰਡ ਜਿਹੜਾ ਇਹਨਾਂ ਨਹੀਂ ਬਣਿਆ। ਤੇ ਵੱਡਿਓ, ਇੰਨੀ ਸਰਦੀ 'ਚ ਤੁਸੀਂ ਰਾਤ ਟਾਈਮ ਇੱਥੇ ਹੀ ਰਾਤ ਕੱਢਦੇ ਹੋ? ਮੈਂ ਮਜਬੂਰੀ ਤੋਂ, ਪਰੇਸ਼ਾਨੀ ਤੋਂ, ਬੱਚਿਆਂ ਨੂੰ, ਧੀਆਂ ਨੂੰ ਲੈ ਕੇ ਨਬੀ ਪਾਕ ਦਾ ਜਿਹੜਾ ਕਲਮਾ ਪੜ੍ਹਨ ਵਾਲਾ, ਉਹਦਾ ਤੇ ਦਿਲ ਨਹੀਂ ਕਰਦਾ ਧੀਆਂ ਨੂੰ ਬਾਹਰ ਲਿਆਉਣ ਤੇ ਫਿਰ ਪਰੇਸ਼ਾਨੀ ਤੋਂ ਕੋਈ ਵੀ ਨਹੀਂ। ਜੇ ਕਿਸੇ ਨੂੰ ਕਹੋ ਤਾਂ ਮਜ਼ਾਕ ਉਡਾਉਂਦੇ ਨੇ, ਤੇ ਬੱਚੀਆਂ ਨੂੰ ਤਾਂ ਨਹੀਂ ਨਾ ਬਾਹਰ ਲਿਆਇਆ ਜਾਂਦਾ। ਇਹ ਤਾਂ ਪਰੇਸ਼ਾਨੀ ਮਜਬੂਰੀ ਤੋਂ ਲਿਆਉਂਦੇ ਆ ਕਿ ਕਿਸੇ ਤਰ੍ਹਾਂ ਕੋਈ ਅੱਲਾਹ ਪਾਕ ਕਿਸੇ ਵੇਲੇ ਮਦਦ ਕਰੇਗਾ। ਤੇ ਵੱਡਿਓ, ਜੇ ਮਤਲਬ ਕਿ ਤੁਹਾਡੀ ਬੱਚੇ ਜਿਹੜੇ ਹੈਗੇ ਨੇ, ਤੁਹਾਡਾ ਬੱਚਾ ਕੋਈ ਸਕੂਲ ਵਗੈਰਾ ਕੋਈ ਤਾਲੀਮ ਨਹੀਂ ਪੜ੍ਹਦੇ? ਸਕੂਲੇ ਉਹਨਾਂ ਦਾ ਦਿਲ ਕਰਦਾ ਪੜ੍ਹਨ ਤੇ ਹੁਣ ਵਸੈਲ ਹੀ ਨਹੀਂ ਹੈਗੇ ਆ। ਬੱਚੇ ਨੂੰ ਪੁੱਛ ਲਵੋ। बेटा, आप स्कूल क्यों नहीं जाते? कल पापा के पास पैसे नहीं। तो आप यहीं पे रहते हो सारा दिन? जी। तो आपको यहाँ पे रात के टाइम जब आप रहते हो, यहाँ पे सर्दी नहीं लगती? लगती है।
सर्दी लगती लगती है सर्दी लगती नहीं है तो मजबूरी तो फिर रहना ਪੈਂਦਾ ਵੇ। ਅੱਛਾ ਵੱਡਿਓ ਜੇ ਯਾਨੀ ਕਿ ਤੁਸੀਂ ਹਕੂਮਤ ਵੱਲੋਂ ਕੀ ਤੁਸੀਂ ਕਹਿੰਦੇ ਹੋ ਹਕੂਮਤ ਨੂੰ ਕੀ ਪੈਗਾਮ ਜਦੋਂ ਦੀ ਹਕੂਮਤ ਆਈ ਉਦੋਂ ਦੇ ਤੇ ਅਸੀਂ ਕਾਰੋਬਾਰ ਤੋਂ ਹੀ ਬਹਿ ਕੇ ਘਰ ਦੇ ਭਾਂਡੇ ਵੇਚ ਕੇ ਖਾ ਗਏ ਹਾਂ। ਕੋਈ ਤੇ ਸਮਾਨ ਇੰਨਾ ਹੈਗਾ ਸੀ ਸਾਰੇ, ਕੋਈ ਟੁੱਟ ਪਿਆ, ਕੋਈ ਚੋਰੀ ਹੋ ਗਿਆ, ਕੁਝ ਵੇਚ ਕੇ ਰੇਹੜੀ ਵੇਚਤੀ, ਘਰ ਦੇ ਕਿੰਨੀਆਂ ਹੀ ਚੀਜ਼ਾਂ ਵੇਚ ਕੇ ਤੇ ਖਾ ਗਏ ਆ ਤੇ ਕੋਈ ਹਾਲੀ ਤੱਕ ਜਿਹੜਾ ਨਾ ਕੋਈ ਹੱਥ ਨਹੀਂ, ਹੱਥ ਤੋਂ ਜ਼ਿਆਦਾ ਪਰੇਸ਼ਾਨੀ ਮਿਲਣ ਦੀ। ਤੇ ਜਦੋਂ ਤੁਸੀਂ ਯਾਨੀ ਕਿ ਤੁਹਾਡਾ ਕੰਮ ਸ਼ਮ ਹੈਗਾ ਸੀ, ਇਹ ਕੰਮ ਤੁਹਾਡਾ ਹੁਣੇ ਖਤਮ ਹੋਇਆ ਹੈ ਕਿ ਪਿਛਲੀ ਹਕੂਮਤ 'ਚ ਖਤਮ ਹੋ ਗਿਆ ਸੀ, ਇਸ ਹਕੂਮਤ 'ਚ ਆਉਣ ਦਾ ਖਤਮ ਹੋਇਆ? ਇਸ ਹਕੂਮਤ 'ਚ ਆ ਕੇ ਕੰਮ ਖਤਮ ਹੋਇਆ। ਇਸ ਹਕੂਮਤ 'ਚ ਆ ਕੇ ਤੇ ਘਰ ਦੇ ਵੀ ਹਰ ਜਗ੍ਹਾ ਤੇ ਉਹਨਾਂ ਨੇ ਜੁੱਤੀ ਕੱਪੜੇ ਲਈ ਲੈ ਕੇ ਦੇ ਸਕਦੇ, ਉਹਨਾਂ ਨੂੰ ਰੋਟੀ ਮਸਾਂ ਪੂਰੀ ਤੇ ਕਿਰਾਇਆ ਨਹੀਂ ਦਿੱਤਾ ਜਾਂਦਾ। ਬਿਮਾਰ ਹੋਣ ਨਾਲ ਜਿਹੜਾ ਨਾ ਕਰਜ਼ੇ ਥੱਲੇ ਆ ਗਿਆ, ਕੁਦਰਾਂ ਵਾਲੇ ਇਲਾਜ ਹਸਪਤਾਲ ਹੋਇਆ ਸੀ। ਪੁੱਛ ਲਓ ਘਰ ਦੇ ਵੀ ਇਹ ਨਾਲ ਹੀ ਨੇ, ਅੱਗੇ ਉਹ ਦੱਸਦੇ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਬਾਜੀ ਤੁਸੀਂ ਕਿੰਨੇ ਟਾਈਮ ਤੋਂ ਇੱਥੇ ਹੈਗੇ ਹੋ? ਅਸੀਂ ਭਾਈ ਸਵੇਰ ਦੇ ਆਏ ਆ, ਸਵੇਰ ਦੇ ਆਏ ਆ, ਬੱਚਿਆਂ ਵਾਸਤੇ ਰੋਜ਼ੀ ਕਮਾਉਂਦੇ ਪਏ ਆ, ਮਾਸ ਵੇਚਣੀ ਆ ਤੇ ਮਾਸ ਵੀ ਇੰਨੇ ਨਹੀਂ ਵਿਕਦੇ, ਥੋੜੇ ਬਹੁਤੇ ਭਾਈ ਵਿਕਦੇ ਨੇ ਮਾਸ ਬਸ। ਤੇ ਕਿਰਾਏ ਤੇ ਰਹਿੰਦੇ ਆ, ਕਿਰਾਇਆ ਵੀ ਦੇਣਾ, ਬਿੱਲ ਵੀ ਦੇਣਾ, ਖਾਣਾ ਹੈ। ਬੱਚਿਆਂ ਵਿਚਾਰਿਆਂ ਦੇ ਕਦੀ ਕੱਪੜੇ ਨਵੇਂ ਨਹੀਂ ਲਏ, ਲੱਥੇ ਪੁਰਾਣੇ ਲੋਕਾਂ ਦੇ ਪਾ ਕੇ ਤੇ ਗੁਜ਼ਾਰਾ ਕਰੀਦਾ ਇਹਦੇ, ਤੇ ਨਵੇਂ ਨਹੀਂ ਲੈ ਜਾਂਦੇ। ਮੀਆਂ ਬਿਮਾਰ ਹੈ, ਹਸਪਤਾਲ ਇਹਨਾਂ 'ਚ ਦਾਖਲ ਰਹੇ ਨੇ ਤੇ ਬਿਮਾਰ ਨੇ, ਹੁਣ ਅਸੀਂ ਫਿਰ ਮਾਸ ਵੇਚਣੇ ਪਏ। ਹੁਣ ਜ਼ਰਾ ਸਹੀ ਨੇ, ਦਵਾਈ ਖਾਈ ਜਾਂਦੇ ਪਏ ਨੇ ਤੇ ਵਿਚਾਰੇ ਬੈਠੇ ਨੇ, ਤੇ ਕੋਈ ਦੇ ਜਾਵੇ ਤੇ ਮਦਦ। ਇਹ ਬਾਜੀ ਜਿਸ ਤਰ੍ਹਾਂ ਦੇ ਹਾਲਾਤ ਨੇ, ਮੁਲਕ ਦੇ ਹਾਲਾਤ ਹੋ ਗਏ, ਮਹਿੰਗਾਈ ਹੋ ਗਈ ਤੇ ਨਾਲੇ ਸਰਦੀ ਵੀ ਹੈਗੀ ਹੈ, ਤੇ ਗੁਜ਼ਰ ਬਸਰ ਕਿਸ ਤਰ੍ਹਾਂ ਹੋ ਰਿਹਾ? ਭਾਈ ਹੁੰਦੀ ਤੇ ਨਹੀਂ, ਹੁਣ ਕੀ ਕਰੀਏ ਫਿਰ, ਇਹਨਾਂ ਵਿੱਚੋਂ ਹੀ ਸਾਰਾ ਕੁਝ ਕਰਨਾ ਪੈਂਦਾ। ਫਿਰ ਇੰਝ ਮਾਸ ਵਿੱਚ ਹੁਣ ਵੀ ਮੈਂ ਆਪ ਠੀਕ ਨਹੀਂ ਹੈ, ਮੇਰੇ ਇੱਥੇ ਇੰਨੀ ਦਰਦ ਹੁੰਦੀ ਪਈ ਹੈ, ਫਿਰ ਵੀ ਮੈਂ ਮਾਸ ਲੈ ਕੇ ਵੇਚਣੀ ਪਈ ਆ। ਬੱਚਿਆਂ ਨੂੰ ਹੁਣ ਰੋਜ਼ੀ ਤੇ ਕਮਾ ਕੇ देनी है ना, मतलब खवाना दे है ना। नाज़रीन आपने देखा जिस तरह से ये यहाँ पे मोहम्मद जमील साहब जो हैं अपनी फैमिली के साथ किस तरह से गुजारा कर रहे हैं और किन मुश्किलात का इनको सामना करना पड़ रहा है। इन्होंने अपनी परेशानी जो है वो कागज़ के ऊपर लिख के जो एक प्रोमिनेंट की गई है कि इन्होंने अपने बच्चों की शादी करनी है। और बिसाइड्स दैट इसके अलावा भी आप जानते हैं कि जो सड़क पे इस तरह से इंसान मौजूद होता है उसको हर किस्म की परेशानी का सामना करना पड़ रहा होता है। हमारी आवाम से और हमारे व्यूवर्स से और हुकूमत से इस चीज़ की अपील है कि वो काइंडली इस तरह के लोगों की इनकी हेल्प करें, जो जिस तरह से हेल्प कर सकते हैं वो इनकी हेल्प करें। आप अपने मेज़बान शहबाज सरवर को इजाज़त दें। मुलाकात होगी आपसे नेक्स्ट वीडियो में। अल्लाह हाफ़िज़।